ਉਹ ਭੋਜਨ ਤੁਹਾਡੀ ਰੂਹ ਨੂੰ ਵੀ ਚਾਹੀਦਾ ਹੈ, ਭੋਜਨ ਤੁਹਾਡੇ ਮਨ ਨੂੰ ਵੀ ਚਾਹੀਦਾ ਹੈ ਤੇ ਭੋਜਨ ਤੁਹਾਡੇ ਦਿਮਾਗ ਤੇ ਸਰੀਰ ਨੂੰ ਵੀ ਚਾਹੀਦਾ ਹੈ। ਡਾਈਟੀਸ਼ੀਅਨਸ ਨੇ ਕਿਹਾ ਕਿ 6 ਪਦਾਰਥ ਹੋਣੇ ਚਾਹੀਦੇ ਆ, ਲੇਕਿਨ ਉਹਨਾਂ ਨੇ ਕਦੀ ਵੀ 36 ਪਦਾਰਥਾਂ ਦੀ ਗੱਲ ਨਹੀਂ ਕੀਤੀ, ਨਾ ਉਹ ਕਰ ਸਕਦੇ ਨੇ। ਜੇ ਤੁਹਾਡੇ ਭੋਜਨ ਦੇ ਵਿੱਚ 7 ਰੰਗ ਨਹੀਂ ਤੇ ਤੁਹਾਡਾ ਭੋਜਨ ਅਧੂਰਾ ਹੈ। ਉਹ ਬੇਸਿਕਲੀ ਪੋਸੀਬਲ ਹੈ ਅੱਜ ਦੀ ਦੌੜ ਦੇ ਵਿੱਚ। ਅੱਜ ਜਿਸ ਤਰੀਕੇ ਨਾਲ ਅਸੀਂ ਸੰਤੁਲਿਤ ਵੀ ਨਹੀਂ ਬਹੁਤੇ ਕਰ ਪਾਉਂਦੇ ਤੇ ਸੰਪੂਰਨ ਤੇ ਬਹੁਤ ਵੱਡੀ ਗੱਲ ਹੁੰਦੀ ਹੈ। ਸੋ ਸੰਤੁਲਿਤ ਪਹਿਲਾਂ ਸੰਤੁਲਿਤ ਕਰ ਲੈਣਾ ਚਾਹੀਦਾ ਕਿ ਪੈਂਦੇ ਸਾਨੂੰ ਸੰਪੂਰਨ ਵੱਲ ਨੂੰ ਧਿਆਨ ਦੇਣਾ ਚਾਹੀਦਾ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਹੀ ਸਵਾਗਤ। ਮੈਂ ਜੋਗਰਾਜ ਸਿੰਘ ਕਾਲੂ ਅੱਜ ਪ੍ਰੋਗਰਾਮ ਪ੍ਰਾਈਮ ਹੈਲਥ ਲੈ ਕੇ ਆਏ ਹਾਂ ਤੇ ਅੱਜ ਪ੍ਰੋਗਰਾਮ ਪ੍ਰਾਈਮ ਹੈਲਥ ਦੇ ਵਿੱਚ ਸਿਹਤ ਸੰਬੰਧੀ ਜਾਣਕਾਰੀਆਂ, ਸਿਹਤ ਸੰਬੰਧੀ ਉਹ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਐਸਾ ਨਜ਼ਰਅੰਦਾਜ਼ ਕਰਦੇ ਹਾਂ ਕਿ ਫਿਰ ਸਾਨੂੰ ਉਹ ਜਿਹੜੀ ਸੱਟ ਆ ਉਹ ਕੁਦਰਤੀ ਤੌਰ ਤੇ ਬੈਕ ਮਿਲਦੀ ਆ। ਉਹ ਸਾਰੀਆਂ ਗੱਲਾਂ ਬਾਤਾਂ ਅੱਜ ਸਾਡੇ ਨਾਲ ਕਰਨਗੇ ਡਾਕਟਰ ਅਰੀਦਮਨ ਸਿੰਘ ਮਾਹਲ। ਡਾਕਟਰ ਸਾਹਿਬ ਇਸ ਵਕਤ ਕੈਨੇਡਾ ਫੇਰੀ ਤੇ ਨੇ ਤੇ ਉਹਨਾਂ ਨੂੰ ਅੱਜ ਸਟੂਡੀਓ ਦੇ ਵਿੱਚ ਜਿਹੜਾ ਸੱਦਾ ਦਿੱਤਾ ਸੀ ਤੇ ਅੱਜ ਉਹ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਆਏ ਨੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਤੇ ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਸਿਹਤ ਦੀ ਜਦੋਂ ਗੱਲ ਕਰੀਦੀ ਆ ਤੇ ਫਿਰ ਸਿਹਤ ਦੀ ਅਸੀਂ ਗੱਲ ਤੇ ਕਰ ਲਈਦੀ ਆ, ਪਰ ਸਿਹਤ ਦੇ ਹਿਸਾਬ ਨਾਲ ਜਾਂ ਇਸ ਸਰੀਰ ਦੇ ਹਿਸਾਬ ਦੇ ਨਾਲ ਚੱਲੀਦਾ ਨਹੀਂ। ਅਸੀਂ ਤੰਦਰੁਸਤੀ ਸਾਰੇ ਚਾਹੁੰਦੇ ਹਾਂ, ਉਹਦੀ ਇੱਛਾ ਰੱਖਦੇ ਹਾਂ, ਪਰ ਉਹਦੇ ਵਾਸਤੇ ਉਦਮ ਨਹੀਂ ਕਰਦੇ, ਹੀਲਾ ਨਹੀਂ ਕਰਦੇ। ਅਸੀਂ ਸਰੀਰ ਨੂੰ ਰੱਜ ਕੇ ਕੰਮ ਵਾਸਤੇ ਵੀ ਵਰਤਦੇ ਹਾਂ, ਰੱਜ ਕੇ ਕਈ ਵਾਰੀ ਖਾਣ ਵਾਸਤੇ ਵੀ ਵਰਤਦੇ ਹਾਂ, ਰੱਜ ਕੇ ਕਈ ਵਾਰੀ ਖੁਸ਼ ਹੋਣ ਲਈ, ਰੱਜ ਕੇ ਕਈ ਵਾਰੀ ਸੌਣ ਲਈ ਵੀ ਵਰਤਦੇ ਹਾਂ, ਪਰ ਜੋ ਐਕਚੁਅਲ ਇਸ ਬਾਡੀ ਦੀ ਨੀਡ ਆ ਉਹਨੂੰ ਜਾਣਿਆ ਪਛਾਣਿਆ ਨਹੀਂ ਕਿਸੇ ਨੇ। ਕਈ ਵਾਰੀ ਸਾਰੀ ਜ਼ਿੰਦਗੀ ਉੱਦਾਂ ਹੀ ਕੱਢ ਦਿੰਦੇ ਆ ਵੀ ਅਖਕਾਰੇ ਮਨੁੱਖ ਜਿਹੜੀ ਇਹ ਸਰੀਰ ਬਣਿਆ ਕਿਉਂ ਆ, ਕਿਵੇਂ ਆ, ਤੇ ਇਹਨੂੰ ਇੱਦਾਂ ਰੱਖਣ ਵਾਸਤੇ ਕਰਨਾ ਕੀ ਪੈਣਾ ਆ। ਤੁਹਾਡੇ ਕੋਲ ਬਹੁਤ ਲੰਬੇ ਚੌੜੇ ਤਜਰਬੇ ਨੇ, ਉਹਦੇ ਵਾਸਤੇ ਕੁਝ ਮੁੱਢਲੀਆਂ ਕਿਹੜੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਵੱਲ ਖਾਸ ਧਿਆਨ ਦਈਏ ਜਿੱਤੋਂ ਬਿਨਾਂ ਇਸ ਸਰੀਰ ਦਾ ਅੱਜ ਵੀ ਨਹੀਂ ਗੁਜ਼ਾਰਾ ਤੇ ਕੱਲ੍ਹ ਵੀ ਨਹੀਂ ਗੁਜ਼ਾਰਾ ਹੋ ਸਕਦਾ? ਬਹੁਤ ਦਰੁਸਤ ਕਿਹਾ ਤੁਸੀਂ ਕਿ ਸਰੀਰ ਜਿਹੜਾ ਆ ਇਹਦੇ ਹਰ ਸੈਗਮੈਂਟ ਨੂੰ 2 ਮੈਟਾਫਿਜ਼ੀਕਲ ਸੈਗਮੈਂਟ ਨੇ, 2 ਫਿਜ਼ੀਕਲ ਸੈਗਮੈਂਟ ਨੇ। ਭੋਜਨ ਚਾਹੀਦਾ ਹੈ, ਉਹ ਭੋਜਨ ਤੁਹਾਡੀ ਰੂਹ ਨੂੰ ਵੀ ਚਾਹੀਦਾ ਹੈ, ਭੋਜਨ ਤੁਹਾਡੇ ਮਨ ਨੂੰ ਵੀ ਚਾਹੀਦਾ ਹੈ ਤੇ ਭੋਜਨ ਤੁਹਾਡੇ ਦਿਮਾਗ ਤੇ ਸਰੀਰ ਨੂੰ ਵੀ ਚਾਹੀਦਾ ਹੈ। ਜਿਹੜਾ ਮਨ ਤੇ ਆਤਮਾ ਆ ਇਹ ਮੈਟਾਫਿਜ਼ੀਕਲ ਨੇ, ਇਹਨਾਂ ਦੀ ਹੋਂਦ ਪ੍ਰੂਵ ਨਹੀਂ ਕੀਤੀ ਜਾ ਸਕਦੀ, ਲੇਕਿਨ ਮੁਨਕਰ ਨਹੀਂ ਹੋ ਸਕਦੇ ਤੁਸੀਂ। ਦਿਮਾਗ ਤੇ ਸਰੀਰ ਜਿਹਦੇ ਪਾਸੇ ਸਾਰੇ ਗੁਣੀ ਸਿਆਣੇ ਵੈਦ, ਹਕੀਮ, ਡਾਕਟਰ, ਸਪੈਸ਼ਲਿਸਟ, ਸੁਪਰ ਸਪੈਸ਼ਲਿਸਟ ਆਪਾਂ ਕੰਮ ਕਰ ਰਹੇ ਹਾਂ, ਲੇਕਿਨ ਇਹਨਾਂ ਚਾਰੇ ਸੈਗਮੈਂਟ ਦੀ ਜਿਹੜੀ ਸਿੰਕਰੋਨਾਈਜੇਸ਼ਨ, ਜਿਹੜੀ ਇਕਸੁਰਤਾ ਹੈ, ਉਹ ਬਹੁਤ ਅਹਿਮ ਹੈ। ਤੋ ਇਕਸੁਰਤਾ ਦਾ ਆਧਾਰ ਕੀ ਹੈ ਕਿ ਇਹਨਾਂ ਦਾ ਬਣਦਾ ਭੋਜਨ ਇਹਨਾਂ ਨੂੰ ਦਿੱਤਾ ਜਾਵੇ। ਤੁਸੀਂ ਤੰਦਰੁਸਤੀ ਦੀ ਗੱਲ ਕੀਤੀ ਕਿ ਤਨ ਦੀ ਦਰੁਸਤੀ ਕਿਵੇਂ ਰਹਿੰਦੀ ਹੈ। ਇੱਕ ਤੇ ਚਾਰਾਂ ਚੀਜ਼ਾਂ ਦੀ ਸਿੰਕਰੋਨਾਈਜੇਸ਼ਨ, ਇਕਸੁਰਤਾ, ਔਰ ਨਾਲ ਦੀ ਨਾਲ ਤੁਹਾਡੀ ਜੀਵਨ ਸ਼ੈਲੀ, ਤੁਹਾਡਾ ਆਹਾਰ ਜੋ ਖਾਂਦੇ ਪੀਂਦੇ ਤੇ ਸੁੰਘਦੇ ਹੋ, ਵਿਵਹਾਰ ਇੱਕ ਦੂਸਰੇ ਦੇ ਨਾਲ ਵਰਤੋਂ ਵਿੱਚ, ਆਚਾਰ ਵਿਚਾਰ ਸੰਚਾਰ, ਇਹ ਸਾਰਿਆਂ ਦੀ ਇੱਕ ਸੁਰਤਾ ਬਣਨੀ ਚਾਹੀਦੀ ਹੈ। ਸੋ ਜਦੋਂ ਤੁਹਾਡਾ ਆਹਾਰ ਕੁਦਰਤ ਦੇ ਨਿਯਮਾਂ ਦੇ ਮੁਤਾਬਿਕ ਹੋਏਗਾ, ਤੁਹਾਡਾ ਵਿਵਹਾਰ ਬੜਾ ਉਸਾਰੂ ਹੋਏਗਾ, ਤੁਹਾਡੇ ਵਿਚਾਰ ਜਿਹੜੇ ਆ ਬਹੁਤ ਉੱਚ ਕੋਟੀ ਤੇ ਤੀਖਣ ਦੇ ਹੋਣਗੇ, ਤੁਹਾਡਾ ਸੰਚਾਰ ਕਮਿਊਨੀਕੇਸ਼ਨ ਸਕਿੱਲਸ, ਤੁਸੀਂ ਗੱਲਬਾਤ ਕਿਵੇਂ ਕਰਦੇ ਹੋ, ਤੁਹਾਡਾ ਲਹਿਜ਼ਾ ਕੀ ਹੈ, ਟੋਨ ਕੀ ਹੈ, ਟਿਊਨ ਕੀ ਹੈ, ਔਰ
ਇਹ ਸਾਰੀਆਂ ਚੀਜ਼ਾਂ ਜਦੋਂ ਬਹੁਤ ਉੱਚ ਕੋਟੀ ਦੀਆਂ ਹੋਣਗੀਆਂ ਤੇ ਕੁਦਰਤ ਬੜੀ ਖੁਸ਼ ਹੁੰਦੀ ਹੈ। ਇਹਨਾਂ ਨੂੰ ਅਸੀਂ ਗੰਦਲਾ ਨਹੀਂ ਹੋਣ ਦੇਣਾ, ਨਾ ਵਿਚਾਰਾਂ ਨੂੰ, ਨਾ ਆਹਾਰ ਨੂੰ, ਨਾ ਤੁਹਾਡੇ ਸੰਚਾਰ ਨੂੰ। ਕਈ ਵਾਰੀ ਅਸੀਂ ਬੜਾ ਤਲਖ ਬੋਲਦੇ ਹਾਂ, ਬੜੇ ਮੰਦੇ ਲਫ਼ਜ਼ ਬੋਲਦੇ ਹਾਂ। ਤੁਸੀਂ ਤੇ ਬੋਲ ਦਿੱਤੇ, ਲੇਕਿਨ ਇਹਦੇ ਤੋਂ ਤੁਸੀਂ ਬਚ ਨਹੀਂ ਸਕਦੇ। ਉਹ ਤੁਹਾਨੂੰ ਮੰਦ ਪ੍ਰਭਾਵ ਪਾਉਣਗੇ। ਕਿਉਂਕਿ ਆਪਣੇ ਕੰਨਾਂ 'ਚ ਵੀ ਨਾਲ ਹੀ ਪਏ ਨੇ, ਕੰਨਾਂ 'ਚ ਵੀ ਪੈਂਦੇ ਆ ਤੇ ਰੂਹ ਦੇ ਥਰੂ ਤੁਹਾਡੇ ਕਣ ਦੇ ਵਿੱਚ ਸਮਾ ਜਾਂਦੇ ਆ। ਉਹ ਤੁਹਾਨੂੰ ਸਪੋਇਲ ਕਰ ਦਿੰਦੇ ਆ। ਤੁਹਾਡਾ ਬਿਹੇਵੀਅਰ ਦੇ ਉੱਤੇ ਪ੍ਰਭਾਵ ਪੈਂਦਾ ਹੈ, ਤੁਹਾਡੀ ਰਹਿਣ ਸਹਿਣ ਦੇ ਉੱਤੇ ਪ੍ਰਭਾਵ ਪੈਂਦਾ ਹੈ। ਸੋ ਇਸ ਕਰਕੇ ਇਹਨਾਂ ਪੰਜਾਂ ਦੀ ਇਕਸੁਰਤਾ ਇਹ ਭੋਜਨ ਦੀ ਮੰਗ ਕਰਦੇ ਆ। ਤੇ ਭੋਜਨ ਦੀ ਜਦੋਂ ਅਸੀਂ ਗੱਲ ਕਰਦੇ ਆ, ਅਸੀਂ ਸਰੀਰਕ ਭੋਜਨ ਦੀ ਜਦੋਂ ਗੱਲ ਕਰਦੇ ਆ, ਤੇ ਉਸ ਵੇਲੇ ਤਾਂ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਕਿ 36 ਪਦਾਰਥ ਸੰਮਿਲਿਤ ਭੋਜਨ। ਉਹ ਸਰੀਰ ਦੀ ਗੱਲ ਹੈ। ਡਾਈਟੀਸ਼ੀਅਨਸ ਨੇ ਕਿਹਾ ਕਿ 6 ਪਦਾਰਥ ਹੋਣੇ ਚਾਹੀਦੇ ਆ। ਨਿਊਟ੍ਰੀਸ਼ਨਲ ਸਾਇੰਟਿਸਟ ਕਹਿੰਦੇ ਆ ਕਿ ਕਾਰਬੋਹਾਈਡਰੇਟਸ ਹੋਣੇ ਚਾਹੀਦੇ ਆ, ਫੈਟਸ ਹੋਣੇ ਚਾਹੀਦੇ ਆ, ਤੁਹਾਡੇ ਕੋਲ ਪ੍ਰੋਟੀਨਸ ਹੋਣੀਆਂ ਚਾਹੀਦੀਆਂ, ਮਿਨਰਲਸ ਹੋਣੇ ਚਾਹੀਦੇ ਆ, ਵਿਟਾਮਿਨਸ ਹੋਣੇ ਚਾਹੀਦੇ ਆ, ਪਾਣੀ ਹੋਣਾ ਚਾਹੀਦਾ। ਯੈਸ, ਇਹ 6 ਹੋਣੇ ਚਾਹੀਦੇ ਆ। ਲੇਕਿਨ ਉਹਨਾਂ ਨੇ ਕਦੀ ਵੀ 36 ਪਦਾਰਥਾਂ ਦੀ ਗੱਲ ਨਹੀਂ ਕੀਤੀ, ਨਾ ਉਹ ਕਰ ਸਕਦੇ ਨੇ। ਕਾਰਨ ਇਸ ਕਰਕੇ ਕਿ 36 ਪਦਾਰਥ ਸਮਝਣ ਦੀ ਜ਼ਰੂਰਤ ਹੈ। ਕਿਹੜੇ ਹੋਣੇ ਚਾਹੀਦੇ? 6 ਪਦਾਰਥ ਤਾਂ ਅਸੀਂ ਬੜੇ ਸਮਝ ਲਏ, ਬੜੀਆਂ ਕਿਤਾਬਾਂ, ਐਨਸਾਈਕਲੋਪੀਡੀਆਜ਼, ਡਿਕਸ਼ਨਰੀਜ਼ ਲਿਖੀਆਂ ਨੇ। ਲੇਕਿਨ ਉਹ 36 ਪਦਾਰਥ ਸਾਨੂੰ ਗੁਰਬਾਣੀ ਤੋਂ ਮਿਲਦਾ ਹੈ ਕਿ 36 ਪਦਾਰਥ ਸੰਮਿਲਿਤ ਭੋਜਨ ਹੋਣਾ ਚਾਹੀਦਾ ਹੈ। ਜੇ ਤੁਹਾਡੇ ਭੋਜਨ ਦੇ ਵਿੱਚ 7 ਰੰਗ ਨਹੀਂ ਤੇ ਤੁਹਾਡਾ ਭੋਜਨ ਅਧੂਰਾ ਹੈ। ਦੁਨੀਆ ਦੇ ਉੱਤੇ 7 ਹੀ ਰੰਗ ਬਣੇ, 8ਵਾਂ ਤਾਂ ਕੋਈ ਨਹੀਂ ਬਣਿਆ। ਇਹ 7 ਰੰਗ ਭੋਜਨ 'ਚ ਕਿਵੇਂ ਆ ਸਕਦੇ? ਸਬਜ਼ੀ, ਭਾਜੀ, ਫੁੱਲ, ਬੂਟ ਜੋ ਅਸੀਂ ਖਾਂਦੇ ਆ, ਅੱਛਾ, ਸਾਰੇ ਵੱਖਰੇ ਵੱਖਰੇ ਰੰਗਾਂ 'ਚ ਮਿਲਦੇ। ਦੁਨੀਆ ਦੇ ਉੱਤੇ 6 ਰੰਗ ਬਣੇ ਆ, 7ਵਾਂ ਨਹੀਂ ਬਣਿਆ। ਮਿਕਸ ਕਰਕੇ ਤੁਸੀਂ ਜਿੰਨੇ ਮਰਜ਼ੀ ਬਣਾ ਲਓ। ਸੋ 7 ਰੰਗ ਹੋਣੇ ਚਾਹੀਦੇ ਆ, 6 ਸਵਾਦ ਹੋਣੇ ਚਾਹੀਦੇ ਆ। ਖੱਟਾ ਆ, ਮਿੱਠਾ ਆ, ਕੌੜਾ ਆ, ਤੀਖਣ ਆ, ਸਟਿੰਜੈਂਟ ਆ। ਇਹ ਸਾਰੇ ਦੇ ਸਾਰੇ ਤੁਹਾਡੇ ਭੋਜਨ 'ਚ ਸ਼ਾਮਲ ਹੋਣੇ ਚਾਹੀਦੇ ਆ। ਇਸ ਕਰਕੇ ਲੂਣਦਾਨੀ ਦੀ ਵਰਤੋਂ ਹੁੰਦੀ ਹੈ। 7 ਰੰਗ, 6 ਸਵਾਦ ਤੇ 2 ਤਸੀਰਾਂ। ਬਹੁਤ ਵਾਰੀ ਸੁਣਿਆ ਹੋਵੇਗਾ, ਇਹ ਗਰਮ ਹੁੰਦਾ ਹੈ, ਇਹ ਠੰਡਾ ਹੁੰਦਾ ਹੈ। ਇਹ ਗਰਮ ਹੁੰਦਾ ਆ, ਇਹ ਗਰਮ ਤਰ ਹੁੰਦਾ ਆ, ਇਹ ਗਰਮ ਖੁਸ਼ਕ ਹੁੰਦਾ ਆ, ਔਰ ਅੱਗੇ ਫਰਦਰ ਕਲਾਸੀਫਿਕੇਸ਼ਨਸ ਨੇ। ਤੁਸੀਂ 7 ਸਵਾਦਾਂ ਦੀ ਗੱਲ ਕੀਤੀ, ਨਾਲ ਉਹਦੇ ਵਿੱਚ ਮਿੱਠਾ ਵੀ ਆਉਂਦਾ ਹੈ ਨਾ? ਮਿੱਠਾ ਵੀ ਆਉਂਦਾ ਹੈ। ਅਸੀਂ ਆਮ ਤੌਰ ਤੇ ਕਈ ਵਾਰੀ ਸੁਣ ਲੈਂਦੇ ਵੀ ਮੈਂ ਹੁਣ ਮਿੱਠਾ ਛੱਡਤਾ, ਮੈਂ ਮਿੱਠਾ ਨਹੀਂ ਖਾਂਦਾ, ਜਾਂ ਮੈਂ ਮਿੱਠਾ ਨਹੀਂ ਖਾਂਦੀ, ਹੁਣ ਮੈਂ ਭਾਰ ਘਟਾਉਣਾ ਹੈ ਤੇ ਮਿੱਠਾ ਛੱਡਤਾ। ਫਿਰ ਉਹ ਤੇ ਸਵਾਦ ਛੱਡਿਆ ਜਾਂਦਾ? ਮੈਂ 36 ਪੂਰੇ ਕਰਦੇ ਹਾਂ। ਅੱਛਾ, ਫਿਰ ਅਸੀਂ ਇਹਦੇ ਤੇ ਆ ਜਾਈਏ। ਠੀਕ ਹੈ ਜੀ। ਸੋ 7 ਰੰਗ, 6 ਸਵਾਦ, 2 ਤਸੀਰਾਂ ਤੇ 6 ਨਿਊਟ੍ਰੀਐਂਟਸ ਵੀ ਅਸੀਂ ਬਾਹਰ ਨਹੀਂ ਕੱਢੇ, ਜਿੰਨੇ ਹੁਣੇ ਅਸੀਂ ਜ਼ਿਕਰ ਕੀਤਾ ਸੀਗਾ। ਉਸ ਤੋਂ ਬਾਅਦ 15 ਅਰੋਮਾਸ, ਖੁਸ਼ਬੂਆਂ, ਜਿਹੜੀਆਂ ਤੁਹਾਡੇ ਬਿਹੇਵੀਅਰ ਨੂੰ ਡਿਟਰਮਿਨ ਕਰਦੀਆਂ ਆ, ਮੂਡ ਐਲੀਵੇਟ ਕਰਦੀਆਂ ਆ। ਸੋ ਰੰਗ, ਸਵਾਦ, ਖੁਸ਼ਬੂਆਂ, ਇਹ ਤੁਹਾਡੇ ਮੂਡ ਨੂੰ ਐਲੀਵੇਟ ਕਰਦੇ, ਤੁਹਾਨੂੰ ਖੁਸ਼ ਰੱਖਦੇ ਆ। ਤੇ ਜਦੋਂ ਤੁਹਾਡਾ ਮੂਡ ਖੁਸ਼ ਹੁੰਦਾ ਆ, ਫਿਰ ਤੁਹਾਡੇ ਦਿਮਾਗ ਤੋਂ ਬਹੁਤ ਸਾਰੇ, ਕਿਉਂਕਿ ਗਵਰਨਿੰਗ ਕਾਉਂਸਲ ਤੇ ਇਹੀ ਹੈ ਨਾ, ਫਿਰ ਇੱਥੋਂ ਬਹੁਤ ਅੱਛੇ ਤਰੀਕੇ ਦੇ ਨਾਲ ਸਾਰੇ ਦੇ ਸਾਰੇ ਹਾਰਮੋਨਸ ਜਿਹੜੇ ਆ ਉਹ ਪੈਦਾ ਹੁੰਦੇ ਨੇ, ਜਿਹੜੇ ਕਿ ਸਰੀਰ ਦੀਆਂ ਸੰਚਾਲਿਤ ਸ਼ਕਤੀਆਂ ਨੇ। ਤੁਹਾਡੇ ਐਂਜ਼ਾਈਮਸ ਇਨਐਪਰੋਪ੍ਰੀਏਟ ਰੈਗੂਲੇਟ ਕਰਦੇ ਨੇ ਤੁਹਾਡੇ ਫੂਡ ਨੂੰ। ਤੁਹਾਡਾ ਫੂਡ ਜਿਹੜਾ ਆ ਉਹਦਾ ਮੈਟਾਬੋਲਿਜ਼ਮ ਠੀਕ ਹੁੰਦਾ ਆ, ਉਹਦੇ ਕਰਕੇ ਤੁਹਾਡੀ ਬੋਡੀ ਦਾ ਮੈਟਾਬੋਲਿਜ਼ਮ ਠੀਕ ਹੁੰਦਾ ਆ। ਅਗਰ ਤੁਹਾਡਾ ਮੂਡ ਠੀਕ ਹੋਵੇ ਤੇ 100 ਬਿਮਾਰੀਆਂ ਦੇ ਲਈ ਇਮਿਊਨਿਟੀ ਰੈਜ਼ਿਸਟੈਂਸ ਤੁਹਾਡੇ ਅੰਦਰ ਬਣਦੀ ਹੈ ਤੇ ਤੁਸੀਂ ਉਹਨਾਂ ਨਾਲ ਫਾਈਟ ਕਰ ਸਕਦੇ ਹੋ। ਸੋ ਇਸ ਕਰਕੇ ਮਨ ਦਾ ਭੋਜਨ ਤੇ ਆਤਮਾ ਦਾ ਭੋਜਨ, ਇਹਨੂੰ ਵੀ ਅਸੀਂ ਇਗਨੋਰ ਨਹੀਂ ਕਰ ਸਕਦੇ। ਇਹ 36 ਪਦਾਰਥ ਸੰਮਿਲਿਤ ਭੋਜਨ ਤੇ ਅਸੀਂ ਸਰੀਰ ਦੀ ਗੱਲ ਕਰ ਲਈ, 36 ਪਦਾਰਥ ਆ ਗਏ। ਇਸੇ ਤਰੀਕੇ ਦੇ ਨਾਲ ਆਤਮਾ ਦਾ ਵੀ ਭੋਜਨ ਹੈ, ਉਹ ਬੜਾ ਸੌਖਾ ਤੇ ਸਿੰਪਲ ਹੈ, ਲੇਕਿਨ ਅਸੀਂ ਸੁਣਦੇ ਨਹੀਂ। ਇੰਨੀ ਤੇਜ਼ ਤਰਾਰ ਦੁਨੀਆ ਦੇ ਵਿੱਚੋਂ ਦੀ ਅਸੀਂ
ਗੁਜ਼ਰ ਰਹੇ ਹਾਂ ਸਾਨੂੰ ਉਹ ਸੁਣਾਈ ਨਹੀਂ ਦਿੰਦਾ, ਲੇਕਿਨ ਅਸੀਂ ਇਕਾਂਤ ਚਿੱਤ ਬੈਠੀਏ ਤੇ ਜ਼ਰੂਰ ਸੁਣਾਈ ਦਿੰਦਾ ਹੈ। ਕੋਈ ਵੀ ਕੰਮ ਕਰਨ ਲੱਗਦੇ ਹੋ ਤੇ ਤੁਹਾਡੀ ਅੰਤਰਾਤਮਾ ਬੋਲਦੀ ਆ ਇਹਨੂੰ ਕਰਦੇ ਜਾਂ ਇਹਨੂੰ ਨਾ ਕਰੀ। ਆਉਂਦੀ ਆਵਾਜ਼। ਅਸੀਂ ਮੌਕੇ ਦੇ ਮੁਤਾਬਕ, ਹਾਲਾਤਾਂ ਦੇ ਮੁਤਾਬਕ, ਲਾਲਚ ਦੇ ਤਹਿਤ ਆਪਣਾ ਬਦਲ ਦਿੰਨੇ ਆ ਤੇ ਅਸੀਂ ਰੂਹ ਦੀ ਕਹੀ ਹੋਈ ਗੱਲ ਨੂੰ, ਆਤਮਾ ਦੀ ਕਹੀ ਹੋਈ ਗੱਲ ਨੂੰ ਨਕਾਰ ਦਿੰਨੇ ਆ ਔਰ ਅਲਟੀਮੇਟਲੀ ਸਾਨੂੰ ਉਹਦੀ ਪ੍ਰਾਈਸ ਦੇਣੀ ਪੈਂਦੀ ਹੈ, ਪੇ ਕਰਨਾ ਪੈਂਦਾ ਹੈ, ਸਾਨੂੰ ਕਿਤੇ ਨਾ ਕਿਤੇ ਪਨਿਸ਼ਮੈਂਟ ਮਿਲਦੀ ਹੈ। ਗਲਤ ਹੁੰਦਾ ਹੈ। ਆਤਮਾ ਦਾ ਭੋਜਨ ਇੰਨਾ ਹੀ ਹੈ, ਉਹਦਾ ਕਹਿਣਾ ਮੰਨ ਲਓ, ਇਸ ਤੋਂ ਵੱਧ ਹੈ ਹੀ ਨਹੀਂ ਹੈ। ਅੱਛਾ। ਉਸ ਤੋਂ ਬਾਅਦ ਹੈ ਮਨ। ਹੁਣ ਮਨ ਦਾ ਭੋਜਨ ਕੀ ਹੋਇਆ? ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੋ ਤੇ ਮਨ ਦੀ ਗੱਲ ਹੋਈ ਹੈ, ਦਿਮਾਗ ਦੀ ਗੱਲ ਹੋਈ ਕਿਤੇ? ਫਿਰ ਅਲਟੀਮੇਟਲੀ ਕਹਿਤਾ ਕਿ ਮਨ ਜੀਤੇ ਜਗ ਜੀਤ। ਮਨ ਇੱਕ ਇਹੋ ਜਿਹੀ ਵਸਤੂ ਆ ਜਿਹੜੀ ਆਕਾਸ਼ ਦਾ ਬੱਚਾ ਹੈ। ਇਹ ਟੋਟਲ ਬ੍ਰਹਿਮੰਡ ਜਿਹੜਾ ਆ ਇਹ ਪੰਜ ਭੌਤਿਕ ਹੈ, ਪੰਜ ਚੀਜ਼ਾਂ ਦਾ ਬਣਿਆ ਹੋਇਆ ਹੈ, ਜਿਹਦੇ ਵਿੱਚ ਆਕਾਸ਼ ਹੈ, ਜਿਹਨੂੰ ਤੁਸੀਂ ਸਪੇਸ ਕਹਿੰਦੇ ਹੋ ਜੀ। ਆਕਾਸ਼ ਤੋਂ ਬਾਅਦ ਤੁਹਾਡੇ ਕੋਲ ਅਗਨੀ ਹੈ, ਸੂਰਜ ਕਹਿੰਦੇ ਹੋ ਜਿਹਨੂੰ। ਉਸ ਤੋਂ ਬਾਅਦ ਹਵਾ ਹੈ, ਉਸ ਤੋਂ ਬਾਅਦ ਸੋਇਲ ਹੈ, ਧਰਤੀ ਹੈ, ਉਸ ਤੋਂ ਬਾਅਦ ਪਾਣੀ ਹੈ। ਇਹਨਾਂ ਸਾਰੀਆਂ ਚੀਜ਼ਾਂ ਦਾ ਇਹ ਬ੍ਰਹਿਮੰਡ ਬਣਿਆ ਹੋਇਆ ਹੈ ਤੇ ਜੋ ਬ੍ਰਹਿਮੰਡ ਹੈ ਸੋ ਹੀ ਪਿੰਡ ਹੈ ਤੇ ਇਹਨਾਂ ਹੀ ਪੰਜਾਂ ਐਲੀਮੈਂਟਸ ਦਾ ਸਾਡਾ ਸਰੀਰ ਬਣਿਆ ਹੋਇਆ ਹੈ। ਸੋ ਇਹ ਪੰਜ ਐਲੀਮੈਂਟ ਨੇ ਜਿਹੜੇ, ਇਹਨਾਂ ਨੂੰ ਜੇ ਅਸੀਂ ਸਮਝ ਜਾਈਏ, ਇਹਨਾਂ ਨੂੰ ਅਸੀਂ ਅੰਡਰਸਟੈਂਡ ਕਰ ਲਈਏ ਤੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਸੋ ਮਨ ਹੈ ਜਿਹੜਾ, ਇਹ ਆਕਾਸ਼ ਦਾ ਬੱਚਾ ਹੈ। ਓਕੇ। ਉਹ ਐਡਾ ਇਹ ਤੇਜ਼ ਤਰਾੜ ਹੈ, ਇੰਨੀ ਤੇਜ਼ੀ ਦੇ ਨਾਲ ਮੂਵ ਕਰਦਾ ਕਿ ਹੁਣੇ ਹੀ ਅੱਖਾਂ ਬੰਦ ਕਰ ਲਓ ਤੁਸੀਂ ਤੇ ਤੁਸੀਂ ਦਰਬਾਰ ਸਾਹਿਬ ਨਤਮਸਤਕ ਹੋ ਜਾਂਦੇ ਹੋ। ਇਹਦੇ ਨਾਲੋਂ ਤੇਜ਼ ਹੋਰ ਕੋਈ ਕੁਝ ਨਹੀਂ ਜਾਂਦਾ। ਇਹ ਤੁਹਾਡੇ ਕੋਲ ਹੈ, ਕਿਤੇ ਬਾਹਰ ਨਹੀਂ ਹੈਗਾ। ਸੋ ਮਨ ਜਿਹੜਾ ਆ, ਇਹਨੂੰ ਇਕਾਗਰਚਿਤ ਕਰਨ ਦੇ ਲਈ ਬੜੇ ਟੈਕਨੀਕਸ, ਟੈਕਟਸ, ਮੈਡੀਕੇਸ਼ਨ, ਜੇ ਉਹ ਕੀਤਾ। ਇਹਨੂੰ ਖਿਲਾਰਨਾ ਨਹੀਂਗਾ, ਇਹ ਖਲੋ ਨਹੀਂ ਸਕਦਾ। ਜੇ ਤੁਸੀਂ ਇਹਨੂੰ ਖਿਲਾਰਨ ਦੀ ਕੋਸ਼ਿਸ਼ ਕਰੋਗੇ ਕਿ ਮੈਡੀਟੇਸ਼ਨ ਕਰਕੇ ਮੈਂ ਮਨ ਨੂੰ ਇੱਕ ਚਿੱਤ ਖਿਲਾਰ ਲਿਆ, ਚਿੱਤ ਨੂੰ ਖਿਲਾਰ ਲਿਆ, ਤੇ ਤੁਸੀਂ ਕੁਦਰਤ ਦੇ ਸਿਧਾਂਤਾਂ ਦੇ ਖਿਲਾਫ ਹੋ। ਤੁਸੀਂ ਇਹਨੂੰ ਖਿਲਾਰ ਹੀ ਨਹੀਂ ਸਕਦੇ। ਕਿਸੇ ਦਾ ਖਲੋਤਾ ਹੋਵੇ ਤਾਂ ਮੈਨੂੰ ਦੱਸ ਦਿਓ। ਨਹੀਂ ਖਲੋਤਾ। ਇਹਨੂੰ ਸੰਭਾਲਣ ਵਾਸਤੇ, ਇਹਨੂੰ ਮੈਨੇਜ ਕਰਨ ਵਾਸਤੇ ਤੁਹਾਡਾ ਦਿਮਾਗ ਤੀਖਣ ਹੋਣਾ ਚਾਹੀਦਾ, ਤਿੱਖਾ ਹੋਣਾ ਚਾਹੀਦਾ। ਲੋਕ ਮੈਡੀਟੇਸ਼ਨ ਉਸੇ ਕਰਕੇ ਕਰਦੇ ਨੇ। ਮੈਡੀਟੇਸ਼ਨ ਦਾ ਮਤਲਬ ਇਹ ਆ ਕਿ ਆਪਣੇ ਆਪ ਤੇ ਤੁਹਾਡੀ ਜਿਹੜੀ ਕਨਸੈਂਟਰੇਸ਼ਨ ਆ, ਉਹਨੂੰ ਕਾਬੂ ਕਰਨਾ, ਉਹਨੂੰ ਕਾਬੂ ਕਰਨ। ਕਿਉਂਕਿ ਐਡਾ ਉਹ ਤੀਖਣ ਆ, ਐਡਾ ਉਹ ਚੰਚਲ ਆ, ਐਡਾ ਉਹ ਭਰਮਣ ਕਰਦਾ ਤੇਜ਼ੀ ਦੇ ਨਾਲ ਕਿ ਉਹਨੂੰ ਕਾਬੂ ਕਰਨ ਵਾਸਤੇ ਉਹਦੇ ਤੋਂ 10 ਗੁਣਾ ਵੱਧ ਤੁਹਾਡਾ ਦਿਮਾਗ ਤਿੱਖਾ, ਪ੍ਰਬਲ ਹੋਣਾ ਚਾਹੀਦਾ ਤੇ ਤਾਂ ਹੀ ਉਹਨੂੰ ਕੰਟਰੋਲ ਕਰ ਸਕਦਾ। ਗੱਡੀ ਤੇ ਨਹੀਂ ਦੌੜਦੀ, ਉਹਨੂੰ ਡਰਾਈਵਰ ਦੌੜਾ ਰਿਹਾ। ਕਹਿੰਦੇ ਅਸੀਂ ਉਹ ਗੱਡੀ ਬੜੀ ਤੇਜ਼ ਜਾਂਦੀ ਹੈ, ਨਹੀਂ, ਉਹ ਡਰਾਈਵਰ ਜਾ ਰਿਹਾ। ਅਗਰ ਸਾਡਾ ਦਿਮਾਗ ਹੈ ਜਿਹੜਾ, ਇਹਨੂੰ ਕੰਟਰੋਲ ਕਰਨ ਦੇ ਕਾਬਲ ਹੋਵੇ, ਐਡਾ ਤੀਖਣ ਹੋਵੇ, ਐਡਾ ਤਿੱਖਾ ਹੋਵੇ, ਤੇ ਫਿਰ ਅਸੀਂ ਬਹੁਤ ਸਾਰੀ ਭਟਕਣ ਤੋਂ ਬਚ ਸਕਦੇ ਹਾਂ। ਸਾਈਕੋਸੋਮੈਟਿਕ ਸਿਕਨੈਸਿਸ, ਜਿਹੜੀਆਂ ਸਾਨੂੰ ਸਾਈਕੋਲੋਜੀਕਲ ਪ੍ਰੋਬਲਮਸ ਆਉਂਦੀਆਂ, ਜਿਹਨੂੰ ਅਸੀਂ ਮਨੋਵਿਕਾਰ ਕਹਿੰਦੇ ਹਾਂ, ਉਹ ਹੌਲੀ ਹੌਲੀ ਮਨੋ ਰੋਗ ਬਣ ਜਾਂਦੇ ਆ। ਤੇ ਮਨੋ ਰੋਗਾਂ ਤੋਂ ਬਚਣ ਵਾਸਤੇ ਦਿਮਾਗ ਦਾ ਤੀਖਣ ਹੋਣਾ, ਮਨ ਨੂੰ ਕੰਟਰੋਲ ਕਰਨ ਦੇ ਕਾਬਲ ਹੋਣਾ ਸਾਨੂੰ ਸਾਈਕਿਕ ਪ੍ਰੋਬਲਮ ਤੋਂ ਬਚਾਉਂਦਾ ਹੈ। ਤੇ ਜਦੋਂ ਅਸੀਂ ਸੋਮੈਟਿਕ ਦੀ ਗੱਲ ਕਰਦੇ ਹਾਂ, ਉਹ ਤੁਹਾਡਾ ਭੋਜਨ। ਜਿਹੜੀ ਸਾਈਕੋਸੋਮੈਟਿਕ ਫਿਟਨੈਸ ਹੈ, ਇਹਦੇ ਵਾਸਤੇ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕਿਉਂਕਿ ਅਸੀਂ ਹਰ ਐਪੀਸੋਡ ਦੇ ਵਿੱਚ ਕਿਸੇ ਬਿਮਾਰੀ ਦੀ ਗੱਲ ਕਰਨੀ ਹੈ, ਉਹਦੀਆਂ ਅਲਾਮਤਾਂ ਦੀ ਗੱਲ ਕਰਨੀ ਹੈ, ਉਹਦੇ ਘਰੇਲੂ ਇਲਾਜ ਦੀ ਗੱਲ ਕਰਨੀ ਹੈ ਕਿ ਅਸੀਂ ਡਾਕਟਰਸ ਦੇ ਕੋਲ ਜਾਣ ਤੋਂ ਪਹਿਲਾਂ ਆਪਣੇ ਕੋਲ ਜੋ ਸਮਝ ਆ ਉਹਨੂੰ ਲਾ ਲਈਏ। ਜੇ ਸਾਡੇ ਕਾਬੂ ਨਹੀਂ, ਫਿਰ ਅਸੀਂ ਡਾਕਟਰ ਕੋਲ ਜਾਵਾਂਗੇ। ਔਰ 90% ਦੁੱਖ ਤਕਲੀਫ, ਸੋ ਕਾਲਡ ਬਿਮਾਰੀਆਂ ਇਹੋ ਜਿਹੀਆਂ ਨੇ ਜਿਨ੍ਹਾਂ ਦਾ ਤੁਸੀਂ ਆਪ ਮੈਨੇਜ ਕਰ ਸਕਦੇ ਹੋ। ਅਸੀਂ ਆਪਣੀ ਜ਼ਿੰਮੇਵਾਰੀ ਲਾ ਕੇ ਦੂਸਰੇ ਤੇ ਸੁੱਟ ਦਿੰਦੇ ਹਾਂ। ਕਿਤੇ ਪਰਹੇਜ਼ ਕਰਨਾ ਪਏਗਾ, ਕਿਤੇ ਇਲਾਜ ਕਰਨਾ ਪਏਗਾ। ਜਿਹੜਾ ਪਰਹੇਜ਼ ਹੈ ਉਹ ਤੇ ਕਾਜ਼ ਐਂਡ ਇਫੈਕਟ ਥਿਊਰੀ ਹੈ
ਕਿ ਆ ਚੀਜ਼ ਨਾ ਖਾਓ ਤੇ ਆ ਚੀਜ਼ ਨਹੀਂ ਹੋਏਗੀ, ਆ ਚੀਜ਼ ਖਾਓਗੇ ਤੇ ਆ ਚੀਜ਼ ਹੋਏਗੀ, ਉਹਨੂੰ ਵਿਡਰਾ ਕਰ ਲਓ। ਸੋ ਇਹ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਧਿਆਨ ਫੋਕਸ ਕਰਕੇ ਲੈਟ ਅਸ ਨਾਟ ਫਾਲ ਸਿਕ, ਆਓ ਬਿਮਾਰ ਨਾ ਹੋਈਏ, ਇਹਦੇ ਤੇ ਧਿਆਨ ਕੇਂਦਰਿਤ ਕਰੀਏ। ਸਾਡੇ ਪ੍ਰੋਗਰਾਮ ਬਿਮਾਰੀਆਂ ਦਾ ਇਲਾਜ ਕਰਕੇ ਦਵਾਈਆਂ ਦੇਣ ਵਾਲੇ ਪਾਸੇ ਵੱਲ ਮੂੰਹ ਨਹੀਂ ਕਰਦੇ, ਇਸ਼ਾਰਾ ਨਹੀਂ ਕਰਦੇ, ਬਲਕਿ ਇਸ ਪਾਸੇ ਕਰਦੇ ਨੇ ਕਿ ਆਓ ਬਿਮਾਰ ਨਾ ਹੋਈਏ, ਲੈਟ ਅਸ ਨਾਟ ਫਾਲ ਸਿਕ। ਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਪਿਛਲੇ ਸਮੇਂ 'ਚ ਜਦੋਂ ਕਰੋਨਾ ਬਿਲਕੁਲ ਆਪਣੇ ਸਿਖਰ ਤੇ ਸੀ, ਕੋਵਿਡ-19 ਆਪਣੇ ਸਿਖਰ ਤੇ ਸੀ, ਤੇ ਸਾਨੂੰ ਇਹ ਇੱਕ ਅਵੇਅਰਨੈਸ ਆ ਗਈ ਕਿ ਸਿਰਫ ਤੇ ਸਿਰਫ ਇੱਕ ਚੀਜ਼ ਕੰਮ ਕਰਦੀ ਹੈ, ਉਹ ਹੈਗੀ ਹੈ ਤੁਹਾਡੀ ਇਮਿਊਨਿਟੀ, ਉਹ ਹੈਗੀ ਹੈ ਤੁਹਾਡੀ ਰੈਜ਼ਿਸਟੈਂਸ, ਉਹ ਹੈਗੀ ਹੈ ਤੁਹਾਡੀ ਫਿਟਨੈਸ, ਜਿਹੜੀ ਤੁਹਾਨੂੰ ਇਹੋ ਜਿਹੀਆਂ ਬਿਮਾਰੀਆਂ ਦੇ ਮੰਦ ਪ੍ਰਭਾਵਾਂ ਤੋਂ ਬਚਾ ਸਕਦੀ ਹੈ। ਤੇ ਉਹ ਕਿੱਦਾਂ ਹੋ ਸਕਦੀ ਹੈ? ਸਾਡੀ ਇਮਿਊਨਿਟੀ ਜਿਹੜੀ ਆ ਉਹ ਬੈਟਰ ਕਿਵੇਂ ਹੋ ਸਕਦੀ ਹੈ? ਇਮਿਊਨਿਟੀ ਗੱਲਾਂ ਤੇ ਦੋ ਹੀ ਨੇ ਜਿਹੜੀਆਂ ਅਸੀਂ ਸ਼ੁਰੂ 'ਚ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਤੁਹਾਡਾ ਭੋਜਨ ਜਿਹੜਾ ਆ ਉਹ ਸੰਤੁਲਿਤ ਨਹੀਂ, ਸੰਪੂਰਨ ਹੋਵੇ। 36 ਪਦਾਰਥ ਸੰਮਿਲਿਤ ਭੋਜਨ ਸੰਪੂਰਨ ਭੋਜਨ ਹੈ, ਤੇ ਉਹ 6 ਚੀਜ਼ਾਂ ਵਾਲਾ ਭੋਜਨ ਸੰਤੁਲਿਤ ਭੋਜਨ ਹੈ। ਸੰਪੂਰਨ ਭੋਜਨ ਦਾ ਹਿੱਸਾ ਹੀ ਸੰਤੁਲਿਤ ਭੋਜਨ ਹੈ। ਅਗਰ ਸਾਡਾ ਭੋਜਨ ਠੀਕ ਹੋਵੇ ਤੇ ਫਿਰ ਜੀਵਨ ਸ਼ੈਲੀ, ਸਾਡਾ ਰੋਜ਼ ਦਾ ਜ਼ਿੰਦਗੀ ਨੂੰ ਜੀਣ ਦਾ ਤਰੀਕਾ ਸਲੀਕਾ, ਉਹ ਬਹੁਤ ਉੱਚ ਕੋਟੀ ਦਾ ਹੋਣਾ ਚਾਹੀਦਾ ਤੇ ਕੁਦਰਤ ਦੇ ਨਾਲ ਰਚ ਮਿਚ ਕੇ ਹੁੰਦਾ। ਡਾਕਟਰ ਸਾਹਿਬ, ਵੈਸੇ ਤੇ ਜਿੰਨੀਆਂ ਵੀ ਹੁਣ ਤੱਕ ਤੁਸੀਂ ਗੱਲਾਂ ਕੀਤੀਆਂ, ਕੱਲੀ ਕੱਲੀ ਦੇ ਉੱਤੇ ਜੇ ਖੁੱਲ੍ਹ ਕੇ ਚਰਚਾ ਕਰਨੀ ਹੋਵੇ, ਤੁਸੀਂ ਸਰੀਰ ਦੀ ਗੱਲ ਕੀਤੀ, ਫਿਰ ਆਤਮਾ ਦੀ, ਉਹਨਾਂ ਦੇ ਭੋਜਨ ਦੀ, ਫਿਰ ਮਨ ਦੇ, ਮੇਰੇ ਖਿਆਲ ਇਹ ਇਕੱਲਾ ਇੰਨਾ ਵਾਸਟ ਸਬਜੈਕਟ ਆ ਕਿ ਇਹਦੇ ਤੇ ਲੰਬੀ ਚੌੜੀ ਡਿਸਕਸ਼ਨ ਤੋਂ ਬਾਅਦ ਹੀ ਸ਼ਾਇਦ ਉਸ ਢੰਗ ਤਰੀਕੇ ਦੇ ਨਾਲ, ਪਰ ਅੱਜ ਇੱਕ ਓਵਰਵਿਊ ਦੇ ਜ਼ਰੀਏ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਢੰਗ ਤਰੀਕੇ ਦੇ ਨਾਲ ਪ੍ਰੋਗਰਾਮ ਕਰਾਂਗੇ, ਉਹਦਾ ਇੱਕ ਬਹੁਤ ਵਧੀਆ ਤੁਸੀਂ ਆ ਉਦਾਹਰਨ ਦੇ ਦਿੱਤਾ। ਇਹਦੇ ਵਿੱਚ ਸਾਰਾ ਕੁਝ ਹੀ ਕਵਰ ਹੋ ਗਿਆ। ਇਹ ਵੀ ਇੱਕ ਤਰੀਕੇ ਦਾ ਸੰਪੂਰਨ, ਮੈਂ ਕਹਾਂਗਾ ਕਿ ਜਿਹੜਾ ਇੰਟਰੋਡਕਸ਼ਨ ਹੋ ਗਈ, ਕਿ ਸੰਪੂਰਨ ਇੰਟਰੋਡਕਸ਼ਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗਾ ਕੀ ਤੇ ਕਿੱਧਰ ਦੀ ਗੱਲ ਚੱਲੇਗੀ। ਇਹ ਇਕੱਲੀ ਸਰੀਰਕ ਨਹੀਂ, ਇਹ ਆਤਮਿਕ ਸ਼ਾਂਤੀ ਜਾਂ ਆਤਮਿਕ ਰੋਗਾਂ ਨੂੰ ਮਿਟਾਉਣ ਵਾਸਤੇ ਵੀ ਪ੍ਰੋਗਰਾਮ ਸਹੀ ਹੋਊਗਾ। ਇਹ ਉਮੀਦ ਜ਼ਰੂਰ ਹੈਗੀ ਤੁਹਾਡੀਆਂ ਗੱਲਾਂ ਤੋਂ। ਤੁਸੀਂ ਮਨ 'ਤੇ ਕਾਬੂ ਪਾਉਣ ਦੀ ਗੱਲ ਕੀਤੀ ਸੀ, ਵੈਸੇ ਉਸ ਤੋਂ ਪਹਿਲਾਂ ਜਿਵੇਂ ਉਹ 36 ਸੰਪੂਰਨ ਭੋਜਨਾਂ ਦੀ, ਉਹ ਬੇਸਿਕਲੀ ਪੋਸੀਬਲ ਹੈ ਅੱਜ ਦੀ ਦੌੜ ਦੇ ਵਿੱਚ? ਅੱਜ ਜਿਸ ਤਰੀਕੇ ਨਾਲ ਅਸੀਂ ਸੰਪੂਰਨ ਛੱਡਿਆ, ਕਿ ਤੁਸੀਂ ਹੋਰ ਲਫ਼ਜ਼ 6 ਨੂੰ ਕੀ ਵਰਤਿਆ ਸੀਗਾ? ਸੰਤੁਲਿਤ ਭੋਜਨ, ਸੰਤੁਲਿਤ, ਬੈਲੈਂਸਡ ਡਾਈਟ। ਸੰਤੁਲਿਤ ਵੀ ਨਹੀਂ ਬਹੁਤੇ ਕਰ ਪਾਉਂਦੇ ਤੇ ਸੰਪੂਰਨ ਤੇ ਬਹੁਤ ਵੱਡੀ ਗੱਲ ਹੋਗੀ ਫਿਰ। ਸੋ ਸੰਤੁਲਿਤ, ਪਹਿਲਾਂ ਸੰਤੁਲਿਤ ਕਰ ਲੈਣਾ ਚਾਹੀਦਾ ਕਿ ਪੈਂਦੇ ਸਾਨੂੰ ਸੰਪੂਰਨ ਵੱਲ ਨੂੰ ਹੀ ਧਿਆਨ ਦੇਣਾ ਚਾਹੀਦਾ? ਦੇਖੋ, ਜਦੋਂ ਅਸੀਂ ਸੰਪੂਰਨ ਭੋਜਨ ਦੀ ਗੱਲ ਕਰਦੇ ਹਾਂ ਨਾ, ਉਹਦੇ 'ਚ ਕੁਛ ਨਹੀਂ। ਪੰਜਾਬ ਇੱਕ ਇਹੋ ਜਿਹਾ ਸੂਬਾ ਆ, ਬਲਕਿ ਹੁਣ ਤੇ ਜੇ ਮੈਂ ਕੈਨੇਡਾ ਦੀ ਧਰਤੀ ਦੀ ਗੱਲ ਕਰਾਂ, ਮੈਨੂੰ ਦੱਸੋ ਤੁਸੀਂ ਇੱਥੇ ਕਿਹੜਾ ਫਲ, ਕਿਹੜਾ ਫੁੱਲ, ਕਿਹੜੀ ਸਬਜ਼ੀ, ਕਿਹੜੀ ਭਾਜੀ, ਕਿਹੜੀ ਜੜੀ, ਕਿਹੜੀ ਬੂਟੀ ਇੱਥੇ ਨਹੀਂ ਮਿਲਣੀ? ਸੇਮ ਪੰਜਾਬ 'ਚ ਮਿਲਦੀ ਹੈ। ਤੇ ਜਦੋਂ ਅਸੀਂ ਉਸ ਸਮਾਜ 'ਚ ਰਹਿੰਦੇ ਹਾਂ ਜਿੱਥੇ ਹਰ ਤਰ੍ਹਾਂ ਦਾ ਫਲ, ਫੁੱਲ, ਸਬਜ਼ੀ, ਭਾਜੀ, ਜੜੀ ਬੂਟੀ ਮਿਲਦੀ ਹੈ, ਜੋ ਅਸੀਂ ਰੋਜ਼ ਰੋਟੀ ਖਾਂਦੇ ਹਾਂ, ਤੁਸੀਂ ਉਹਦੇ ਰੰਗ ਗਿਣ ਲਓ, ਉਹਦੇ ਵਿੱਚ ਸਾਰੇ ਹੀ ਰੰਗ ਹਨ। ਲੇਕਿਨ ਉਹਦੀ ਪੂਰਤੀ ਕਰਨ ਵਾਸਤੇ ਜੇ ਕਿਤੇ ਕਮੀ ਰਹਿ ਗਈ ਹੈ ਤੇ ਫਿਰ ਸਾਨੂੰ 12 ਖਾਨਿਆਂ ਵਾਲੀ ਲੂਣਦਾਨੀ ਦਿੱਤੀ ਸੀ। ਹਰ ਘਰ ਦੇ ਵਿੱਚ ਲੱਕੜ ਦੇ 12 ਖਾਨਿਆਂ ਦੀ ਲੂਣਦਾਨੀ ਹੁੰਦੀ ਸੀ, ਜਿਹਦੇ ਵਿੱਚ ਜਾਇਫਲ, ਜਵੱਤਰੀ, ਦਾਲਚੀਨੀ, ਮਗਾਂ, ਛੋਟੀ ਇਲਾਇਚੀ, ਮੋਟੀ ਇਲਾਇਚੀ, ਸੌਂਫ, ਅਜਵਾਇਣ, ਇਹ ਸਾਰੀਆਂ ਚੀਜ਼ਾਂ ਇਸ ਕਰਕੇ ਸੀ ਕਿ ਸਾਡੇ ਭੋਜਨ ਦੇ ਵਿੱਚ ਹਰ ਰੰਗ, ਹਰ ਸਵਾਦ, ਹਰ ਤਸੀਰ, ਹਰ ਨਿਊਟ੍ਰੀਐਂਟ ਉਹਦੇ ਵਿੱਚ ਬਣ ਜਾਣ। ਅੱਜ ਉਹ ਲੂਣਦਾਨੀ ਦੇ ਖਾਨੇ ਛੋਟੇ ਹੋ ਗਏ ਨੇ, ਉਹ ਖਾਨੇ ਛੋਟੇ ਵੀ ਹੋ ਗਏ ਆ, ਘੱਟ ਵੀ ਗਏ, ਥੋੜੇ ਰਹਿ ਗਏ। ਅੱਜ ਸਾਡੇ ਕੋਲ ਸਿਰਫ ਤੇ ਸਿਰਫ ਲੂਣ, ਮਿਰਚ ਤੇ ਕੋਈ ਹਲਦੀ ਵਰਤਦਾ ਹੈ। ਇਹ ਤਿੰਨੇ ਹੀ ਚੀਜ਼ਾਂ, ਬਾਕੀ ਚੀਜ਼ਾਂ ਦੀ ਸਾਨੂੰ ਸਮਝ ਨਹੀਂ। ਅਸੀਂ ਆਉਣ ਵਾਲੇ ਪ੍ਰੋਗਰਾਮਸ ਦੇ ਵਿੱਚ ਜਦੋਂ ਅਸੀਂ ਵੱਖ-ਵੱਖ ਬਿਮਾਰੀਆਂ ਦੀ ਗੱਲ ਕਰਨੀ ਹੈ, ਕਿਸ ਦਿਨ ਅਸੀਂ ਸਕਿਨ ਦੀ ਗੱਲ ਕਰਾਂਗੇ, ਕਿਸੇ ਵੇਲੇ ਅਸੀਂ ਜੋੜਾਂ ਦੀ ਦਰਦ ਦੀ ਗੱਲ ਕਰਾਂਗੇ, ਕਿਸੇ ਵੇਲੇ ਅਸੀਂ ਉਲਟੀਆਂ ਟੱਟੀਆਂ ਦੀ ਗੱਲ ਕਰਾਂਗੇ, ਕਿਸੇ ਵੇਲੇ ਕਬਜ਼ ਦੀ ਗੱਲ ਕਰਾਂਗੇ। 100 ਤਰ੍ਹਾਂ ਦੀਆਂ ਬਿਮਾਰੀਆਂ
ਸਾਰੀਆਂ ਬਿਮਾਰੀਆਂ ਦੇ ਵਿੱਚ ਇਹ ਜਿਹੜੀ ਲੂਣਦਾਨੀ ਤੇ ਤੁਹਾਡੇ ਰਸੋਈ ਦੇ ਅੰਦਰ ਪਈਆਂ ਹੋਈਆਂ 40-50 ਚੀਜ਼ਾਂ ਤੁਹਾਡੇ ਇਲਾਜ ਦਾ ਆਧਾਰ ਕਿਵੇਂ ਬਣ ਸਕਦੀਆਂ। ਸਹੀ। ਇਹੀ ਚੀਜ਼ਾਂ ਅਸੀਂ ਡਿਸਕਸ ਕਰਨੀਆਂ। ਲੈਟ ਯੂਰ ਫੂਡ ਬੀ ਯੂਰ ਮੈਡੀਸਨ। ਕੁਝ ਬਾਹਰੋਂ ਲਿਆਉਣ ਦੀ ਲੋੜ ਕੁਝ ਬਾਹਰੋਂ ਲਿਆਉਣ ਦੀ ਤਾਂ ਜ਼ਰੂਰਤ 1 ਜਾਂ 2% ਲੋਕਾਂ ਨੂੰ ਆ ਜਿਨ੍ਹਾਂ ਨੇ ਡਾਕਟਰ ਕੋਲ ਜਾਣਾ, ਬਾਕੀ ਤਾਂ ਅਸੀਂ ਆਪ ਕਰੀਏ। ਜਦੋਂ ਅਸੀਂ ਅਲਾਮਤਾਂ ਦੱਸਾਂਗੇ, ਜਦੋਂ ਅਸੀਂ ਸਿੰਪਟਮਸ ਦੱਸਾਂਗੇ, ਸਿੰਪਟਮਸ ਕੀ ਦੱਸਾਂਗੇ ਕਿ ਤੁਹਾਡੀ ਨੈਕ ਜਿਹੜੀ ਆ ਧੌਣ ਆ ਪਿੱਛੋਂ ਬੈਕ ਸਾਈਡ ਤੋਂ ਖਿੱਚੀ ਰਹਿੰਦੀ ਹੈ, ਤੁਹਾਡੇ ਸਿਰ ਦੇ ਵਿੱਚ ਦਰਦ ਹੁੰਦੀ ਹੈ, ਕਿਸੇ ਕਿਸੇ ਚੱਕਰ ਆਉਣ ਨੂੰ ਕਰਦਾ ਹੈ, ਮੂੰਹ ਤੁਹਾਡਾ ਸੁੱਕਦਾ ਆ, ਅੱਖਾਂ 'ਚੋਂ ਸੇਕ ਨਿਕਲਦਾ ਹੈ, ਤੇ ਜਦੋਂ ਇੰਨੀਆਂ ਗੱਲਾਂ ਦੱਸਣਗੇ ਤੇ ਡਾਕਟਰ ਕਹੇਗਾ ਬਲੱਡ ਪ੍ਰੈਸ਼ਰ ਚੈੱਕ ਕਰਾ ਲੈ, ਕਿਉਂਕਿ ਇਹ ਸਾਰੀਆਂ ਉਹ ਅਲਾਮਤਾਂ ਨੇ ਜਦੋਂ ਤੁਹਾਡਾ ਬਲੱਡ ਪ੍ਰੈਸ਼ਰ ਵਧਿਆ ਹੋਇਆ ਹੈ ਜੀ। ਇਸੇ ਤਰੀਕੇ ਦੇ ਨਾਲ 100 ਬਿਮਾਰੀਆਂ, ਐਸਥਮਾ ਕਿਸੇ ਨੂੰ ਦਮਾ ਹੋ ਗਿਆ, ਹੁਣ ਅਸੀਂ ਦਮੇ 'ਚ ਕਹਿੰਦੇ ਆ ਕਿ ਕੀ ਕਹਿੰਦੇ, ਉਹ ਕਹਿੰਦੇ ਜੀ ਸਾਹ ਦੀ ਪ੍ਰੋਬਲਮ ਹੈ, ਸਾਹ ਦੀ ਸਮੱਸਿਆ ਹੈ। ਉਹਦੇ 'ਚ 2 ਲਫ਼ਜ਼ ਹੁੰਦੇ ਆ। ਕਈ ਵਾਰੀ ਇਹ ਤੁਸੀਂ ਸੁਣਿਆ ਹੋਵੇਗਾ ਸਾਹ ਨਿਕਲਦਾ ਨਹੀਂ, ਤੇ ਇੱਕ ਵਾਰੀ ਇਹ ਸੁਣਿਆ ਹੋਵੇਗਾ ਕਿ ਸਾਹ ਆਉਂਦਾ ਨਹੀਂ। ਇਹ 2 ਕਿਰਿਆਵਾਂ ਨੇ, ਇਨਹੇਲੇਸ਼ਨ, ਐਕਸਹੇਲੇਸ਼ਨ ਜੀ। ਜਦੋਂ ਕਿਤੇ ਸਾਹ ਤੁਹਾਨੂੰ ਸੌਖਾ ਆ ਗਿਆ ਹੈ, ਸਾਹ ਅੰਦਰ ਤਾਂ ਖਿੱਚ ਰਹੇ ਹੋ, ਬਾਹਰ ਨਹੀਂ ਨਿਕਲਦਾ, ਕਹਿੰਦੇ ਆ ਕਿ ਮੇਰਾ ਸਾਹ ਨਹੀਂ ਨਿਕਲਦਾ, ਮੇਰਾ ਦਮ ਨਹੀਂ ਨਿਕਲਦਾ। ਦੂਸਰੇ ਪਾਸੇ ਕਹਿੰਦੇ ਸਾਹ ਨਹੀਂ ਆਉਂਦਾ। ਵੱਖਰੀਆਂ, ਇਹ ਵੱਖਰੀਆਂ ਵੱਖਰੀਆਂ ਬਿਮਾਰੀਆਂ ਨੂੰ ਸਮਝਾਉਂਦਾ ਹੈ। ਇਹ ਸਾਡੀ ਪੁਰਾਣੀ ਫੋਕ ਵਿਜ਼ਡਮ ਹੈ। ਜਦੋਂ ਸਾਹ ਨਿਕਲਦਾ ਨਹੀਂ ਤੇ ਐਸਥਮਾ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ, ਅਲਸਰੇਟਿਵ ਕੋਲਾਈਟਿਸ ਹੈ, ਇੱਥੇ ਉਹਨੂੰ ਕਰੋਨ ਡਿਜ਼ੀਜ਼ ਕਹਿਤਾ, ਸਾਡੇ ਉੱਥੇ ਸੰਗ੍ਰਹਿਣੀ ਕਹਿੰਦੇ ਸੀ। ਹੁਣ ਸੰਗ੍ਰਹਿਣੀ ਦੇ ਵਿੱਚ ਕੀ ਆ ਕਿ ਲੂਜ਼ ਮੋਸ਼ਨ 8 ਵਾਰੀ 10 ਵਾਰੀ 20 ਵਾਰੀ ਤੁਸੀਂ ਸਟੂਲ ਪਾਸ ਕਰੋਗੇ, ਵਾਟਰੀ ਸਟੂਲ ਹੈ, ਉਹਦੇ ਵਿੱਚ ਖੂਨ ਵੀ ਆ ਰਿਹਾ ਹੈ, ਉਹਦੇ ਵਿੱਚ ਪਸ ਪਾਕ ਵੀ ਆ ਰਹੀ ਹੈ, ਢਿੱਡ 'ਚ ਪੀੜ ਹੁੰਦੀ ਹੈ ਤੇ ਖਾਸ ਕਰਕੇ ਗੁੜ 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 ਦੀ ਆਵਾਜ਼ ਆਉਂਦੀ ਹੀ ਰਹਿੰਦੀ ਹੈ, ਤੁਸੀਂ ਬਹਿ ਨਹੀਂ ਸਕਦੇ। ਤੇ ਫਿਰ ਤੁਸੀਂ ਉਹਨੂੰ ਲੂਜ਼ ਮੋਸ਼ਨ ਕਹਿ ਕੇ ਟਾਲ ਨਹੀਂ ਦਿਓਗੇ। ਉਹ ਸੰਗ੍ਰਹਿਣੀ ਆ, ਉਹ ਅਲਸਰੇਟਿਵ ਕੋਲਾਈਟਿਸ ਹੈ, ਉਹ ਕਰੋਨ ਡਿਜ਼ੀਜ਼ ਹੈ, ਉਹਦਾ ਇਲਾਜ ਕਰਨਾ ਪਊਗਾ। ਇਹ ਸਿਖਾਵਾਂਗੇ ਤੇ ਪਤਾ ਲੱਗੇਗਾ। ਤੇ ਜੇ ਅਸੀਂ ਕਹਤਾ ਨਹੀਂ ਲੂਜ਼ ਮੋਸ਼ਨ ਹੈ ਤਾਂ ਇਹ ਕਹਤਾ ਇਹ ਤਾਂ ਜੀ ਟੱਟੀਆਂ ਆਈ ਜਾਂਦੀਆਂ, ਇਹਦੇ ਨਾਲ ਨਹੀਂ ਗੱਲ ਬਣਨੀ। ਸਾਨੂੰ ਉਹਦੀ ਤਹਿ ਤੱਕ ਜਾਣਾ ਪਏਗਾ। ਜੇ ਅਸੀਂ ਆਪ ਸਮਝ ਸਕਾਂਗੇ ਤੇ ਫਿਰ ਅਸੀਂ ਕੇਸ ਨਹੀਂ ਵੱਟਾਂਗੇ, ਫਿਰ ਅਸੀਂ ਝੱਟ ਦੇਣੀ ਡਾਕਟਰ ਦੇ ਕੋਲ ਜਾਵਾਂਗੇ ਤੇ ਉਹਦਾ ਬਣਦਾ ਇਲਾਜ ਕਰਾਵਾਂਗੇ। ਹਰ ਬਿਮਾਰੀ ਦੇ ਅਕਾਲ ਪੁਰਖ ਕੁਦਰਤ ਤੁਹਾਨੂੰ ਸਿੰਪਟਮ ਦਿੰਦਾ ਹੈ, ਤੁਹਾਨੂੰ ਅਲਾਰਮ ਭੇਜਦਾ ਹੈ ਕਿ ਬੱਚਾ ਇੱਥੋਂ ਆ ਗਲਤ ਜਾ ਰਿਹਾ ਤੂੰ। ਅਸੀਂ ਇਗਨੋਰ ਕਰਦੇ ਹਾਂ। ਜਦੋਂ ਅਸੀਂ ਇਗਨੋਰ ਕਰਦੇ ਹਾਂ ਫਿਰ ਅਸੀਂ ਖੱਡੇ 'ਚ ਡਿੱਗਦੇ ਹਾਂ ਜਾ ਕੇ। ਜਦੋਂ ਤੁਹਾਡੇ ਸਿਰ ਦਰਦ ਹਟ ਹੀ ਨਹੀਂ ਰਹੀ, ਸਿਰ ਦਰਦ ਆਪਣੇ ਆਪ 'ਚ ਕੋਈ ਬਿਮਾਰੀ ਨਹੀਂ ਹੁੰਦੀ, ਸਿਰ ਦਰਦ ਤੁਹਾਨੂੰ 100 ਬਿਮਾਰੀਆਂ ਦਾ ਸਿੰਪਟਮ ਹੈ। ਕੀ ਤੁਹਾਨੂੰ ਬੁਖਾਰ ਤੇ ਨਹੀਂ ਹੈ? ਕੀ ਤੁਹਾਡੀ ਨਜ਼ਰ ਕਮਜ਼ੋਰ ਤੇ ਨਹੀਂ ਹੈ? ਕੀ ਤੁਹਾਡੇ ਪੇਟ ਦੇ ਵਿੱਚ ਗੜਬੜ ਤੇ ਨਹੀਂ ਹੈ? ਕੀ ਤੁਹਾਨੂੰ ਬੁਖਾਰ ਤੇ ਨਹੀਂ ਹੈ? ਉਹਦੇ ਕਰਕੇ ਸਿਰ ਦਰਦ ਹੋ ਰਹੀ ਹੈ। ਸਿਰ ਦਰਦ ਅਲਾਮਤ ਹੈ ਔਰ ਇੰਡੀਕੇਟ ਕਰ ਰਹੀ ਹੈ ਕਿ ਹੇਠਾਂ ਕਿਤੇ ਗੜਬੜ ਹੈ, ਇਹਨੂੰ ਲੱਭਣ ਦੀ ਕੋਸ਼ਿਸ਼ ਕਰੋ। ਹੱਥਾਂ 'ਚੋਂ ਸੇਕ ਨਿਕਲਦਾ ਹੈ, ਪੈਰਾਂ 'ਚੋਂ ਸੇਕ ਨਿਕਲਦਾ ਹੈ, ਪਿਸ਼ਾਬ ਪੀਲਾ ਆਉਂਦਾ ਹੈ, ਰੰਗ ਉੱਡਦਾ ਜਾ ਰਿਹਾ, ਫਿੱਕਾ ਪੇਲ ਹੁੰਦਾ ਜਾ ਰਿਹਾ, ਇਹ ਇੰਡੀਕੇਸ਼ਨ ਆ ਅਕਾਲ ਪੁਰਖ ਨੇ ਦਿੱਤਾ ਕਿ ਜਾਓ ਆਪਣਾ ਲਿਵਰ ਚੈੱਕ ਕਰਾਓ। ਪਰ ਇੰਨਾ ਤੇ ਸਾਨੂੰ ਪਤਾ ਹੋਵੇ ਹੱਥਾਂ ਪੈਰਾਂ 'ਚੋਂ ਸੇਕ ਨਿਕਲਦਾ ਹੈ ਤੇ ਲਿਵਰ ਕਰਾਈ ਕਰ ਰਿਹਾ, ਇਹੀ ਤਾਂ ਅਸੀਂ ਸਿਖਾਉਣਾ ਹੈ। ਤੇ ਜੇ ਇਹ ਚੀਜ਼ਾਂ ਸਿੰਪਟਮ ਦੱਸਣੇ, ਅਸੀਂ ਅਲਾਮਤਾਂ ਦੱਸਣੀਆਂ, ਤੁਸੀਂ ਉਸ ਟਿਕਾਣੇ ਤੇ ਪਹੁੰਚ ਗਏ, ਫਿਰ ਤੁਸੀਂ ਇਹਦਾ ਘਰੋਂ ਕੀ ਕਰ ਸਕਦੇ ਹੋ? ਡਾਕਟਰ ਦੇ ਕੋਲ ਜਾਣਾ ਬਣਦਾ ਆ, ਬਟ ਐਟ ਯੂਅਰ ਐਂਡ ਤੁਸੀਂ ਕੀ ਕਰੋਗੇ? ਰਾਤ 2 ਵਜੇ ਤੁਹਾਡੇ ਦੰਦ 'ਚ ਦਰਦ ਹੋਣੀ ਸ਼ੁਰੂ ਹੋ ਗਈ, ਤੜਫ ਰਹੇ ਹੋ ਤੁਸੀਂ, 2 ਵਜੇ ਕੋਈ ਡਾਕਟਰ ਨਹੀਂ ਮਿਲ ਰਿਹਾ। ਹਾਂ, ਇੰਨਾ ਪਤਾ ਹੋਵੇ ਵੀ ਤੁਸੀਂ ਇੱਕ ਲੌਂਗ ਲੈ ਕੇ ਉਹਨੂੰ ਸਾਬਤ ਉਹਦੇ ਵਿੱਚ ਫਿੱਟ ਕਰ ਦਿਓ, ਉਸ ਕੈਵਿਟੀ ਦੇ ਵਿੱਚ, ਉਸ ਖੋੜ ਦੇ ਵਿੱਚ, ਜਾਂ ਉਹਦਾ ਪਾਊਡਰ ਬਣਾ ਕੇ ਪਾ ਦਿਓ ਤੇ 5 ਮਿੰਟਾਂ 'ਚ ਆਰਾਮ ਆ ਜਾਏਗਾ। ਉਸ ਤੋਂ ਬਾਅਦ ਦੰਦਾਂ ਦੇ ਡਾਕਟਰ ਕੋਲ ਜਾ ਕੇ ਚੈੱਕ ਕਰਾ ਲਓ, ਜੇ ਉਹਦੇ 'ਚ ਕੋਈ ਨੁਕਸ ਆ ਤੇ ਉਹਦਾ ਦੂਰ ਕਰੇ। ਪਰ ਉਹ ਤੇ ਸਵੇਰੇ 10 ਵਜੇ ਜਾਊ ਨਾ ਬੰਦਾ। ਪਰ ਤੁਸੀਂ ਘਰ ਬੈਠੇ ਹੋਏ ਕੀ ਕਰੋਗੇ? ਅੰਤਾਂ ਦੀ ਢਿੱਡ ਪੀੜ ਹੋਈ ਜਾਂਦੀ ਤੁਹਾਨੂੰ, ਰਾਤ ਤੜਫ ਰਹੇ ਹੋ ਤੁਸੀਂ ਢਿੱਡ ਪੀੜ ਨਾਲ, ਕੀ ਕਰੋਗੇ ਉਸ ਵੇਲੇ? ਘਰ 'ਚ ਗੋਲੀ ਕੋਈ ਨਹੀਂ, ਦਵਾਈ ਕੋਈ ਨਹੀਂ, ਫਿਰ ਕੁਛ ਨਹੀਂ। ਇੰਨਾ ਤਾਂ ਹੈ ਨਾ ਕਿ ਅਜਵਾਇਣ ਲਓ, ਉਹਦਾ ਫੱਕਾ ਮਾਰੋ, ਉੱਤੋਂ ਕੋਸਾ ਪਾਣੀ ਪੀ ਲਓ, ਅੱਧੇ ਘੰਟੇ ਬਾਅਦ ਤੁਹਾਨੂੰ ਰਿਲੀਫ ਮਿਲ ਜਾਏਗਾ, ਜਾਂ ਕਾੜਾ ਬਣਾ ਕੇ ਪੀ ਲਓ, ਤੁਹਾਨੂੰ ਰਿਲੀਫ ਆ ਜਾਏਗਾ।
ਸੋ ਬਹੁਤ ਛੋਟੀਆਂ ਚੀਜ਼ਾਂ ਬਹੁਤ ਵੱਡੀਆਂ ਗੱਲਾਂ ਦਾ ਉਸ ਤੋਂ ਬਾਅਦ ਡਾਕਟਰ ਨੇ ਦੇਖਣਾ ਹੁੰਦਾ ਹੈ, ਉਸ ਤੋਂ ਬਾਅਦ ਸਪੈਸ਼ਲਿਸਟ ਨੇ ਦੇਖਣਾ ਹੁੰਦਾ ਹੈ। ਬਿਲਕੁਲ ਜੀ। ਡਾਕਟਰ ਸਾਹਿਬ ਅੱਜ ਵੇਲਾ ਪਤਾ ਨਹੀਂ ਲੱਗਾ ਕਿਹੜੇ ਵੇਲੇ ਸਮਾਪਤ ਹੋ ਗਿਆ, ਤੇ ਹਫਤਾਵਾਰੀ ਇਹ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਿਹੜੀ ਇਹ ਸਾਂਝ ਉਹ ਪੈਂਦੀ ਰਿਹਾ ਕਰੂਗੀ। ਆਪਾਂ ਇੱਕ ਇੱਕ ਕਰਕੇ ਜਿਵੇਂ ਤੁਸੀਂ ਸਾਰੀਆਂ ਚੀਜ਼ਾਂ ਸਰੀਰ ਦੇ ਸਿਰ ਤੋਂ ਸ਼ੁਰੂ ਹੋ ਕੇ ਪੈਰਾਂ ਤੱਕ ਅਸੀਂ ਇੱਕ ਇੱਕ ਕਰਕੇ ਚੀਜ਼ਾਂ ਵੱਲ ਵਧੀ ਜਾਵਾਂਗੇ, ਤੇ ਉਹਦੇ ਘਰੋਂ ਜਿਵੇਂ ਤੁਸੀਂ ਦੱਸਿਆ ਸੀ ਕੀ ਆਪਣੀਆਂ ਆਦਤਾਂ ਸੁਧਾਰ ਕੇ ਜਾਂ ਘਰੋਂ ਰਸੋਈ ਤੋਂ ਕੀ ਇਲਾਜ ਕਰ ਸਕਦੇ ਹਾਂ, ਉਧਰਲੇ ਬੰਨੇ ਨੂੰ ਇੱਕ ਮੋੜਾ ਪਾਉਣ ਦੀ ਕੋਸ਼ਿਸ਼ ਕਰਾਂਗੇ। ਤੁਹਾਡਾ ਅੱਜ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ। ਸੋ ਇਸ ਸਨ ਸਾਡੇ ਨਾਲ ਡਾਕਟਰ ਅਰੀਦਮਨ ਸਿੰਘ ਮਾਹਲ। ਡਾਕਟਰ ਸਾਹਿਬ ਨੇ ਬਹੁਤ ਵਧੀਆ ਢੰਗ ਤਰੀਕੇ ਨਾਲ ਕਿਵੇਂ ਹੀ ਅਸੀਂ ਆਪਣੀ ਰਸੋਈ ਤੋਂ ਆਪਣੀਆਂ ਕੁਝ ਆਦਤਾਂ ਸੁਧਾਰ ਕੇ ਘਰੋਂ ਹੀ ਬਹੁਤੀਆਂ ਚੀਜ਼ਾਂ ਦੇ ਇਲਾਜ ਕਰ ਸਕਦੇ ਹਾਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਢੰਗ ਤਰੀਕੇ ਨਾਲ ਹੀ ਇਹ ਪ੍ਰੋਗਰਾਮ ਅਸੀਂ ਕੰਟੀਨਿਊ ਰੱਖਾਂਗੇ। ਮੈਨੂੰ ਜੋਗਰਾਜ ਸਿੰਘ ਕਾਲੂ ਨੂੰ ਦਿਓ ਆਗਿਆ, ਤੇ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।